निहाल। सत श्री अकाल दोस्तों, प्रोग्राम गूंजा सिख फिर से तुहाडा स्वागत है। बीते दिन संसार भर के सिखां वालों सिख पंथ के महान जरनैल बाबा बंदा सिंह बहादुर जी का जन्म दिहाड़ा बड़ी शरधा ते भावना नाल मनाया गया। और एक नज़र मारते हैं बाबा बंदा सिंह बहादुर के जीवन ते। पंजाब के इतिहास का रुख बदलण वाला सूरबीर योद्धा बाबा बंदा सिंह बहादुर मुगलों के अत्याचारों विरुद्ध तलवार उठाने वाले इस लासानी योद्धे का जन्म 16 अक्तूबर 1670 ईस्वी नूं जम्मू कश्मीर के पुंछ जिले के एक छोटे जिहे पिंड राजौरी विखे होया। बंदा बहादुर के बचपन का नाम लक्ष्मण दास सी, जो एक राजपूत घराने विचों सी। 15 वरियां की उम्र विच शिकार खेडन दौरान आप जी के तीर नाल जदों एक हिरनी ते उसके अणजन्मे बच्चे तड़प तड़प के मरे तां आप जी बैरागी हो गए। बैरागी होके आप जी ने अपना नाम माधो दास रख लिता। ਵੱਖ-ਵੱਖ ਥਾਵਾਂ ਦੀ ਯਾਤਰਾ ਕਰਦਿਆਂ ਆਪ ਜੀ ਨੇ ਨਾਂਦੇੜ ਵਿਖੇ ਗੋਦਾਵਰੀ ਨਦੀ ਦੇ ਕੰਢੇ ਇੱਕ ਸ਼ਾਂਤ ਤੇ ਸੁੰਦਰ ਸਥਾਨ ਤੇ ਆਪਣਾ ਟਿਕਾਣਾ ਬਣਾ ਲਿਆ। ਇਸ ਸਥਾਨ ਤੇ ਹੀ 1708 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਮਾਧੋ ਦਾਸ ਨਾਲ ਪਹਿਲੀ ਮੁਲਾਕਾਤ ਹੁੰਦੀ ਹੈ। ਗੁਰੂ ਸਾਹਿਬ ਨੇ ਇਸ ਨੂੰ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਦਾ ਨਾਂ ਤੇ ਬਹਾਦਰ ਦਾ ਖਿਤਾਬ ਦਿੰਦਿਆਂ ਖਾਲਸੇ ਦਾ ਜਥੇਦਾਰ ਥਾਪ ਕੇ 5 ਪਿਆਰਿਆਂ ਤੇ 20 ਸਿੰਘਾਂ ਨਾਲ ਪੰਜਾਬ ਵੱਲ ਭੇਜਿਆ। ਬੰਦਾ ਬਹਾਦਰ ਦਾ ਜੋਸ਼, ਹੌਸਲਾ ਤੇ ਗਤੀ ਬੇਮਿਸਾਲ ਸੀ। ਉਸਨੇ ਥੋੜੇ ਅਰਸੇ ਵਿੱਚ ਹੀ ਸਮਾਣਾ, ਕੁੜਾਮ, ਠਸਕਾ, ਸ਼ਾਹਬਾਦ, ਮੁਸਤਫਾਬਾਦ, ਕਪੂਰੀ, ਸਡੋਰਾ ਤੇ ਛੱਤ ਬਨੂੜ ਵਰਗੇ ਮੁਗਲਾਂ ਦੇ ਗੜ੍ਹਾਂ ਨੂੰ ਆਪਣੇ ਅਧੀਨ ਕਰ ਲਿਆ ਤੇ 12 ਮਈ 1710 ਈਸਵੀ ਨੂੰ ਚੱਪੜ ਚਿੜੀ ਦੇ ਮੈਦਾਨ ਵਿੱਚ ਹੋਈ ਬੇਮਿਸਾਲ ਜੰਗ ਵਿੱਚ सूबा सरहंद वजीर खान को मार दिता। इस तरह बंदा बहादुर ने 700 सालों तो पए गुलामी के संगल नूं पंजाब के गलों ला के स्वतंत्र सिख राज की स्थापना करदियां गुरु नानक गुरु गोबिंद सिंह के नां ते सिक्का जारी किया। बाबा बंदा सिंह बहादुर निरा जंगजू ही नहीं, लोकां दा सेवक अते प्रजा दा मालक भी सी। उसने जिम्मेदारी प्रबंध में सुधार करदियां गरीब गुरबियां नूं उच्च अहुदियां ते बिठाया ते गुरु गोबिंद सिंह जी दे इन्हां शब्दां इन गरीब सिखन को देऊं पातशाही, याद करें हमरी गुरियाई नूं अमली जामा पहनाया। 7 दसंबर 1715 ईस्वी नूं बाबा बंदा सिंह बहादुर अपने सैनिकां समेत गुरदास नंगल दी कच्ची गढ़ी विच मुगल फौज दे घेरे विच आ गया। बाबा बंदा सिंह बहादुर ਅਤੇ ਲਗਭਗ 800 ਸਿੱਖਾਂ ਨੂੰ ਕੈਦੀ ਬਣਾ ਕੇ ਪਹਿਲਾਂ ਲਾਹੌਰ ਲਿਆਂਦਾ ਗਿਆ ਤੇ ਫਿਰ 27 ਫਰਵਰੀ 1716 ਨੂੰ ਇੱਕ ਜਲੂਸ ਦੇ ਰੂਪ ਵਿੱਚ ਦਿੱਲੀ ਲਿਆਂਦਾ ਗਿਆ ਅਤੇ ਮੀਰ ਆਤਿਸ਼ ਤੇ ਸਰਬਰਾਹ ਖਾਨ ਦੇ ਹਵਾਲੇ ਕੀਤਾ ਗਿਆ। ਬੰਦਾ ਬਹਾਦਰ ਦੀ ਪਤਨੀ ਅਤੇ ਉਸ ਦੇ 4 ਵਰਿਆਂ ਦੇ ਪੁੱਤਰ ਅਜੈ ਸਿੰਘ ਨੂੰ ਵੀ ਕੈਦ ਕਰ ਲਿਆ ਗਿਆ। 100 ਕਰਕੇ ਸਿੱਖ ਕਤਲ ਕੀਤੇ ਗਏ ਤੇ 9 ਜੂਨ 1716 ਈਸਵੀ ਨੂੰ ਬੰਦਾ ਬਹਾਦਰ ਅਤੇ ਉਸ ਦੇ ਕੁਝ ਖਾਸ ਸਾਥੀਆਂ ਨੂੰ ਇੱਕ ਜਲੂਸ ਦੀ ਸ਼ਕਲ ਵਿੱਚ ਕੁਤਬ ਮੀਨਾਰ ਦੇ ਨੇੜੇ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਦੇ ਪਾਸ ਪਹੁੰਚਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦੀ ਜਾਮ ਪਿਲਾਉਣ ਤੋਂ ਪਹਿਲਾਂ ਉਸ ਦੇ ਪੁੱਤਰ ਅਜੈ ਸਿੰਘ ਨੂੰ ਕਤਲ ਕਰਕੇ ਉਸ ਦਾ ਧੜਕਦਾ ਹੋਇਆ ਦਿਲ ਬਾਬਾ ਜੀ ਦੇ ਮੂੰਹ ਵਿੱਚ ਤੁੰਨਿਆ ਗਿਆ। ਫਿਰ ਤਸੀਹੇ ਦੇਣ ਤੋਂ ਇਲਾਵਾ ਭਖਦੇ ਹੋਏ ਲਾਲ ਗਰਮ ਜੰਬੂਰਾਂ ਨਾਲ ਸਰੀਰ ਤੋਂ ਮਾਸ ਪੂੰਝਿਆ ਗਿਆ। ਛੁਰੇ ਦੀ ਨੋਕ ਨਾਲ ਅੱਖਾਂ ਕੱਢੀਆਂ ਗਈਆਂ, ਹੱਥ ਪੈਰ ਕੱਟ ਦਿੱਤੇ ਗਏ ਅਤੇ ਅੰਤ ਵਿੱਚ ਸਿਰ ਕਲਮ ਕਰ ਦਿੱਤਾ ਗਿਆ। ਪਰ ਗੁਰੂ ਗੋਬਿੰਦ ਸਿੰਘ ਦੇ ਇਸ ਜਾਬਾਜ਼ ਸਿਪਾਹੀ ਨੇ ਸੀ ਨਾ ਉਚਾਰੀ, ਜਿਹੜੇ ਮਰਦੇ ਧਰਮ ਦੇ ਲਈ ਉਹ ਤਾਂ ਮਰ ਕੇ ਵੀ ਨਹੀਂ ਮਰਦੇ, ਉਹ ਤਾਂ ਮਰ ਕੇ ਵੀ ਨਹੀਂ ਮਰਦੇ। दिल्ली सिख गुरुद्वारा प्रबंधक कमेटी वालों गुरुद्वारा शहीद बाबा बंदा सिंह बहादुर महरौली विखे सिख पंथ के महान जरनैल बाबा बंदा सिंह बहादुर की याद महान गुरमत समागम करवाए गए। इस मौके पंथ प्रसिद्ध रागी जत्थे ने आईਆਂ संगतां नूं इलाही बाणी नाल जोड़िया। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਮਹਿਰੌਲੀ ਵਿਖੇ ਸਿੱਖ ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਸੰਗਤਾਂ ਨੂੰ ਹਰ ਜਸ ਨਾਲ ਨਿਹਾਲ ਕੀਤਾ। ਲੱਖ ਖੁਸ਼ੀਆਂ ਪਾਤਸ਼ਾਹੀਆਂ ਇਸ
ਸਤਿਗੁਰ ਨਦਰ ਕਰੇ। ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਜਿਸ ਕੋ ਪੂਰਬ ਲਿਖਿਆ, ਤਿਨ ਸਤਿਗੁਰ ਚਰਨ ਕਹੇ। ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ। ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ। ਸਾਪੇ ਥੋਮ ਪਰਾਪਤੇ, ਜੇ ਆਵੇ ਇੱਕ ਹੱਥ। ਜਨਮ ਪਦਾਰਥ ਸਫਲ ਹੈ, ਜੇ ਸੱਚਾ ਸ਼ਬਦ ਕਥ। ਗੁਰ ਤੇ ਮਹਿਲ ਪ੍ਰਾਪਤੇ, ਜਿਸ ਲਿਖਿਆ ਹੋਵੇ ਹੱਥ। ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ। ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ। ਮੈਂ ਸਮੂਹ ਸਾਧ ਸੰਗਤ ਨੂੰ ਬਾਬਾ ਬੰਦਾ ਸਿੰਘ ਬਹਾਦਰ ਜਨਮ ਦਿਹਾੜੇ ਦੀਆਂ ਵਧਾਈ ਦਿੰਦਾ ਆਪਣੇ ਵੱਲੋਂ। ਗੁਰਦੁਆਰਾ ਕਮੇਟੀ ਵੱਲੋਂ ਜਿਹੜਾ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦੀ ਸਥਾਨ 'ਤੇ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ। ਦਿੱਲੀ ਕਮੇਟੀ ਦੇ ਪ੍ਰਧਾਨ ਸਾਹਿਬ ਹਰਮੀਤ ਸਿੰਘ ਕਾਲਕਾ ਜੀ, ਜਗਦੀਪ ਸਿੰਘ ਕਾਲੋ ਜੀ, ਉਹਨਾਂ ਦਾ ਵੀ ਧੰਨਵਾਦ ਕਰਦਾ ਮੈਂ। ਬਹੁਤ ਅੱਛੇ ਕੀਰਤਨੀ ਮਨੋਹਰ ਸਿੰਘ ਜੀ, ਭਾਈ ਕੁਲਦੀਪ ਸਿੰਘ ਜੀ ਦਰਬਾਰ ਸਾਹਿਬ, ਇਹਨਾਂ ਦਾ ਕੀਰਤਨ ਬੜੇ ਸ਼ਰਧਾ ਨਾਲ ਇੱਥੇ ਸੁਣਿਆ ਜਾ ਰਿਹਾ। ਬਹੁਤ ਸਾਰੀ ਸੰਗਤ ਇੱਥੇ ਵੱਧ ਚੜ੍ਹ ਕੇ ਹਿੱਸਾ ਪਾ ਰਹੀ ਹੈ। ਮੈਂ ਧੰਨਵਾਦ ਕਰਦਾ ਸਮੂਹ ਸਾਧ ਸੰਗਤ ਦਾ ਵੀ, ਅਤੇ ਵਧਾਈ ਦਿੰਦਾ ਇੱਕ ਵਾਰ ਫਿਰ ਸਮੂਹ ਸਾਧ ਸੰਗਤ ਨੂੰ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਤੇ ਦਿਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰਾਂ ਦੀ ਬਾਣੀ ਤੇ ਜੀਵਨ ਤੇ ਆਧਾਰਿਤ ਲੜੀਵਾਰ ਪ੍ਰੋਗਰਾਮ ਧੰਨ ਲਿਖਾਰੀ ਨਾਨਕਾ ਤਹਿਤ ਭਗਤ ਸੂਰਦਾਸ ਜੀ ਦੀ ਬਾਣੀ ਚੋਂ ਕੀਰਤਨ ਤੇ ਪ੍ਰਮੁੱਖ ਸਿਧਾਂਤਾਂ ਦੀ ਵਿਆਖਿਆ ਤੇ ਆਧਾਰਿਤ 12ਵਾਂ ਸਮਾਗਮ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਪੰਥ ਪ੍ਰਸਿੱਧ ਰਾਗੀ ਜਥੇ ਨੇ ਆਈਆਂ ਹੋਈਆਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰਾਂ ਦੀ ਬਾਣੀ ਅਤੇ ਜੀਵਨ ਉੱਤੇ ਆਧਾਰਿਤ ਲੜੀ ਧੰਨ ਲਿਖਾਰੀ ਨਾਨਕਾ ਤਹਿਤ ਭਗਤ ਸੂਰਦਾਸ ਜੀ ਦੀ ਬਾਣੀ ਵਿੱਚੋਂ ਕੀਰਤਨ ਅਤੇ ਪ੍ਰਮੁੱਖ ਸਿਧਾਂਤਾਂ ਦੀ ਵਿਆਖਿਆ ਉੱਤੇ ਆਧਾਰਿਤ 12ਵਾਂ ਸਮਾਗਮ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਬੜੇ ਸ਼ਰਧਾ ਸਤਿਕਾਰ ਨਾਲ ਕਰਵਾਇਆ ਗਿਆ। ਇਸ ਮੌਕੇ ਪੰਥ ਪ੍ਰਸਿੱਧ ਕੀਰਤਨੀ ਜਥੇ ਨੇ ਸੰਗਤਾਂ ਨੂੰ ਹਰਜਸ ਨਾਲ ਨਿਹਾਲ ਕੀਤਾ। ਮੇਰੇ ਮਨ एक शिष्यों चित लाए, मेरे मन एक शिष्यों चित लाए, एक बिन सब ढंग गए, एक बिन सब ढंग चित लाए, मेरे मन एक शिष्यों सतनाम वाहेगुरु, सतनाम वाहेगुरु, सतनाम वाहेगुरु, सतनाम
संताप न लगई, दुख संताप न लगई, जिसे हर का ना आधार मेरे मन एक शिष्यों चेतनाए मेरे मन एक बिन सब तांदे हैं, एक बिन सब तांदे हैं, सब मिथ्या मोह माए मेरे मन एक शिष्यों चित लाए मेरे मन एक शिष्यों चित लाए। भाग ठड़े हर संत तुम्हारे, भाग ठड़े हर संत तुम्हारे, जिन कर तन हर नामा, तन हर नामा, तन हर नामा, तन हर नामा, तन हर नामा। परवान गणी से एह आए, परवान गणी से एह आए, सफलत ना के कामा, तन हर नामा, तन हर नामा। मेरे राम हर जन के हो बल जाई, हर जन के हो बल जाई, के सदा कर चवर तुड़ावा, चरण तूड़ मुख लाई, चरण तूड़ मुख लाई, के सदा कर चवर तुड़ावा, चरण तूड़ मुख लाई, चरण तूड़ मुख लाई, चरण तूड़ मुख लाई, वाहिगुरु चरण तूड़ मुख लाई, चरण तूड़ मुख लाई, चरण तूड़ मुख लाई। भाग ठड़े हर संत तुम्हारे, भाग ठड़े हर संत तुम्हारे, जिन कर तन हर नामा, तन हर नामा, तन हर नामा, तन हर नामा, तन हर नामा। ਬੀਤੇ ਦਿਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਲੋ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਰਦਾਰ ਜਸਪ੍ਰੀਤ ਸਿੰਘ ਕਰਮਸਾਰ ਦੀ ਅਗਵਾਈ ਹੇਠ ਕਮੇਟੀ ਦੇ ਮੁਲਾਜ਼ਮਾਂ ਵਾਸਤੇ 3 ਰੋਜ਼ਾ ਸ਼ਖਸੀਅਤ ਉਸਾਰੂ ਕੈਂਪ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿੱਚ ਲਗਾਇਆ ਗਿਆ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਇਹ ਕੈਂਪ ਲਗਾਉਣ ਦਾ ਮਕਸਦ ਮੁਲਾਜ਼ਮਾਂ ਨੂੰ ਗੁਰੂ ਘਰ ਦੀ ਮਰਿਆਦਾ ਦੀ ਜਾਣਕਾਰੀ ਦੇਣਾ, ਉਹਨਾਂ ਵਿੱਚ ਚੰਗੇ ਆਚਰਣ ਨੂੰ ਉਤਸ਼ਾਹਿਤ ਕਰਨਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਲੋਂ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਦੀ ਅਗਵਾਈ ਵਿੱਚ ਕਮੇਟੀ ਦੇ ਮੁਲਾਜ਼ਮਾਂ ਵਾਸਤੇ 3 ਰੋਜ਼ਾ ਸ਼ਖਸੀਅਤ ਉਸਾਰੂ ਕੈਂਪ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿੱਚ ਲਗਾਇਆ ਗਿਆ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਇਹ ਸੰਪੰਨ ਹੋਇਆ। ਇਸ ਮੌਕੇ ਹਾਜ਼ਰ ਮੁਲਾਜ਼ਮਾਂ ਤੇ ਹੋਰਨਾਂ ਨੂੰ ਸੰਬੋਧਨ ਕਰਦਿਆਂ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਲੋਂ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਕੈਂਪ ਲਗਾਉਣ ਦਾ ਮਕਸਦ ਮੁਲਾਜ਼ਮਾਂ ਨੂੰ ਗੁਰੂ ਘਰ ਦੀ ਮਰਿਆਦਾ ਦੀ ਜਾਣਕਾਰੀ ਦੇਣਾ, ਉਹਨਾਂ ਵਿੱਚ ਚੰਗੇ ਆਚਰਣ ਨੂੰ ਉਤਸ਼ਾਹਿਤ ਕਰਨਾ ਅਤੇ ਆਪਣੇ ਸੁਭਾਅ ਵਿੱਚ ਨਿਮਰਤਾ, ਹਲੀਮੀ ਅਤੇ ਮਿਠਾਸ ਵਰਗੇ ਗੁਣ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ। ਉਹਨਾਂ ਕਿਹਾ ਕਿ ਇਹ ਕੈਂਪ ਮੁਲਾਜ਼ਮਾਂ ਵਾਸਤੇ ਬਹੁਤ ਅਹਿਮੀਅਤ ਰੱਖਦੇ ਨੇ। ਉਹਨਾਂ ਇਹ ਵੀ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਈ
ਕੀਤੇ ਜਾ ਰਹੇ ਕਾਰਜਾਂ ਦੀ ਬਦੌਲਤ ਥੋੜੇ ਹੀ ਸਮੇਂ ਵਿੱਚ ਦੇਸ਼ ਵਿਦੇਸ਼ ਵਿੱਚ ਦਿੱਲੀ ਕਮੇਟੀ ਪ੍ਰਤੀ ਵਿਸ਼ਵਾਸ ਹੋਰ ਵਧਿਆ। ਉਹਨਾਂ ਕਿਹਾ ਕਿ ਆਉਂਦੇ ਸਮੇਂ ਵਿੱਚ ਜਿੱਥੇ ਦਿੱਲੀ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਰਮਿਕ ਸਰਗਰਮੀਆਂ ਵਧਾਉਣ ਜਾ ਰਹੀ ਹੈ, ਉੱਥੇ ਹੀ ਪੰਜਾਬ ਵਿੱਚ ਵੀ ਧਰਮ ਪ੍ਰਚਾਰ ਦੀ ਲਹਿਰ ਹੋਰ ਪ੍ਰਚੰਡ ਕੀਤੀ ਜਾਵੇਗੀ। ਇਸ ਮੌਕੇ ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਇਹਨਾਂ ਕੈਂਪਾਂ ਦੀ ਬਦੌਲਤ ਮੁਲਾਜ਼ਮਾਂ ਤੇ ਸੰਗਤਾਂ ਵਿਚਾਲੇ ਆਪਸੀ ਮਿਲਵਰਤਨ ਅਤੇ ਸਹਿਯੋਗ ਵਧੇਗਾ, ਜਿਸ ਦੇ ਨਤੀਜੇ ਚੰਗੇ ਨਿਕਲਣਗੇ। ਉਹਨਾਂ ਦੱਸਿਆ ਕਿ ਅਜਿਹੇ ਕੈਂਪ ਹਰ 3 ਮਹੀਨੇ ਮਗਰੋਂ ਲਗਾਏ ਜਾਣਗੇ। ਇਹਨਾਂ ਕੈਂਪਾਂ ਵਿੱਚ ਗੁਰਬਾਣੀ ਦੇ ਪੂਰਨਵਾਨ ਸਿੰਘ ਸਾਹਿਬਾਨ ਵੱਲੋਂ ਗੁਰੂ ਮਰਿਆਦਾ ਦੀ ਪੂਰੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਧਰਮ ਪ੍ਰਚਾਰ ਕਮੇਟੀ ਵੱਲੋਂ ਜਿਹੜਾ 2 ਦਿਨ ਦਾ ਇੱਕ ਕੈਂਪ ਲਾਇਆ ਗਿਆ, ਸ਼ਖਸੀਅਤ ਉਸਾਰੂ ਕੈਂਪ, ਜਿਹਦੇ ਵਿੱਚ ਸਾਰੇ ਸਟਾਫ, ਭਾਵੇਂ ਉਹ ਸੇਵਾਦਾਰ ਨੇ, ਭਾਵੇਂ ਉਹ ਜਥੇਦਾਰ ਹੈ, ਭਾਵੇਂ ਸੁਪਰਵਾਈਜ਼ਰ ਹੈ, ਭਾਵੇਂ ਗ੍ਰੰਥੀ ਸਾਹਿਬ ਹੈ, ਹੈਡ ਗ੍ਰੰਥੀ ਸਾਹਿਬ, ਸਾਰਿਆਂ ਦੀ ਸ਼ਖਸੀਅਤ ਦੇ ਵਿੱਚ ਕੀ ਬਦਲਾਅ ਆਉਣਾ ਚਾਹੀਦਾ ਹੈ, ਗੁਰੂ ਘਰ ਦੀਆਂ ਸੇਵਾਵਾਂ ਕਰਦੇ ਔਰ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਇੱਕ ਜੀਵਨ ਹੋਣਾ ਚਾਹੀਦਾ, ਤੇ ਤਾਂ ਕਿ ਗੁਰੂ ਘਰ ਦੇ ਨਾਮਾਂ ਤੇ ਗੁਰੂ ਘਰ ਦੀਆਂ ਕਮੇਟੀਆਂ ਦੇ ਉੱਤੇ ਕਦੀ ਬਦਨਾਮੀ ਨਾ ਹੋ ਸਕੇ। ਉਹੋ ਜੀ ਇੱਕ ਵਰਕਸ਼ਾਪ ਜਿਹੜੀਆਂ ਆਮ ਤੌਰ ਦੇ ਉੱਤੇ ਜਿਸ ਤਰੀਕੇ ਦੇ ਨਾਲ ਵਿਧਾਨ ਸਭਾ, ਲੋਕ ਸਭਾ ਦੇ ਵਿੱਚ ਜਿਹੜੇ ਲੋਕ ਜਾਂਦੇ ਨੇ ਜਿੱਤ ਕੇ ਪਹਿਲੀ ਵਾਰ, ਉਹਨਾਂ ਨੂੰ ਸਿਖਾਇਆ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਕੰਮ ਕਰਨੇ ਨੇ, ਤੇ ਅਸੀਂ ਉਹਨਾਂ ਦੀ ਜਿਹੜੀ ਸ਼ਖਸੀਅਤ ਹੈ ਉਹਨੂੰ ਡਿਵੈਲਪ ਕਰਨ ਵਾਸਤੇ ਇਹ ਪ੍ਰੋਗਰਾਮ ਰੱਖੇ ਨੇ। ਔਰ ਸਾਡੇ ਹੈਡ ਗ੍ਰੰਥੀ ਸਾਹਿਬਾਨ ਔਰ ਸਾਡੇ ਵੱਖਰੇ ਲੈਕਚਰਰਸ ਇੱਥੇ ਬੁਲਾ ਕੇ ਇਹਨੂੰ ਸਿਖਾਇਆ ਗਿਆ, ਔਰ ਸਾਰੇ ਸਟਾਫ ਨੂੰ ਵੀ ਬੜੀ ਖੁਸ਼ੀ ਹੋਈ ਔਰ ਸਾਨੂੰ ਵੀ ਖੁਸ਼ੀ ਹੋਈ ਕਿ ਸਾਡੇ ਲੋਕ ਆਪ ਆਪਣੀ ਇੱਕ ਪਰਸਨੈਲਿਟੀ ਡਿਵੈਲਪ ਕਰਕੇ ਜਿਸ ਨੂੰ ਬਾਹਰ ਨਿਕਲਣਗੇ ਤੇ ਉਹਦਾ ਇੱਕ ਅੱਛਾ ਮੈਸੇਜ ਪਬਲਿਕ ਦੇ ਵਿੱਚ ਜਾਏਗਾ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਇੱਕ ਦਿੱਲੀ ਕਮੇਟੀ ਦਾ ਜਿੰਨਾ ਵੀ ਸਟਾਫ ਹੈ, ਸੇਵਾਦਾਰ ਨੇ, ਸੇਵਾਦਾਰਨੀਆਂ ਨੇ, ਉਹਨਾਂ ਦੀ ਸ਼ਖਸੀਅਤ, ਸੇਵਾਦਾਰ ਦੀ ਸ਼ਖਸੀਅਤ ਤੇ ਪਹਿਲਾਂ ਹੀ ਬਹੁਤ ਕਿਰਪਾ ਵਾਲੀ ਹੁੰਦੀ ਆ, ਉਹਨਾਂ ਤੇ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਆ। ਉਸ ਨੂੰ ਹੋਰ ਨਿਖਾਰ ਲਿਆਉਣ ਦੇ ਵਾਸਤੇ ਉਹਨਾਂ ਦੀ ਜੀਵਨ ਵਿੱਚ ਹੋਰ ਤਬਦੀਲੀਆਂ ਕਿਸ ਤਰ੍ਹਾਂ ਆਉਣ, ਕਿਸ ਤਰ੍ਹਾਂ ਸੰਗਤ ਦੇ ਨਾਲ ਉਹ ਬੜੇ ਮਿਲਾਪੜੇ ਢੰਗ ਨਾਲ ਮਿਲ ਸਕਣ, ਉਹਨਾਂ ਨੂੰ ਗੁਰਮਤਿ ਦੀ ਹੋਰ ਜ਼ਿਆਦਾ ਉਹਨਾਂ ਦੀ ਨੌਲੇਜ ਵਿੱਚ ਵਾਧਾ ਹੋਵੇ, ਉਸ ਕਰਕੇ ਇੱਕ ਸ਼ਖਸੀਅਤ ਉਸਾਰੂ ਕੈਂਪ 3 ਦਿਨਾਂ ਤੋਂ ਲਗਾਏ ਗਏ ਨੇ। ਇਹਨਾਂ ਕੈਂਪਾਂ ਦੇ ਵਿੱਚ ਕੁਰੈਤਾਂ ਬਾਰੇ, ਉਹਨਾਂ ਦੀ ਆਪਣੀ ਮਨੁੱਖੀ ਗੁਰਮਤਿ ਦੀ ਸ਼ਖਸੀਅਤ ਬਾਰੇ ਉਹਨਾਂ ਨੂੰ ਹੋਰ ਵਿੱਦਿਆ ਦਿੱਤੀ ਜਾ ਰਹੀ ਹੈ ਸਾਡੇ ਸੇਵਾਦਾਰਾਂ ਨੂੰ। ਇਸ ਦਾ ਬੈਨੀਫਿਟ ਸਾਨੂੰ ਇਹ ਹੋਇਆ ਵੀ ਜਿੰਨੇ ਵੀ ਸਾਡੇ ਸੇਵਾਦਾਰ ਨੇ, ਅਸੀਂ ਉਹਨਾਂ ਨੂੰ ਗੁਰਬਾਣੀ ਹੋਰ ਜ਼ਿਆਦਾ ਤੋਂ ਜ਼ਿਆਦਾ ਕੰਠ ਕਰ ਸਕਣ, ਉਸ ਦੇ ਮੁਕਾਬਲੇ ਵੀ ਕਰਾਏ ਜਾਣਗੇ ਆਉਣ ਵਾਲੇ ਟਾਈਮ ਦੇ ਵਿੱਚ। ਹਰ 3 ਮਹੀਨੇ ਬਾਅਦ ਇਹ ਇੱਕ ਕੈਂਪ ਲਗਾਏ ਜਾਣਗੇ। 3 ਮਹੀਨੇ ਬਾਅਦ ਅਸੀਂ ਵੇਖਾਂਗੇ ਕਿ ਕਿਸ ਸੇਵਾਦਾਰ ਦੀ ਜ਼ਿੰਦਗੀ ਵਿੱਚ, ਜੀਵਨ ਦੇ ਵਿੱਚ ਕੀ ਤਬਦੀਲੀ ਆਈ, ਉਸ ਦੇ ਅਕੋਰਡਿੰਗ ਉਸ ਨੂੰ ਹੋਰ ਮਾਣ ਸਤਿਕਾਰ ਵੀ ਦਿੱਤਾ ਜਾਵੇਗਾ, ਤਾਂ ਕਿ ਬਾਕੀ ਸੇਵਾਦਾਰਾਂ ਨੂੰ ਇਸ ਆਪਣੀ ਜੀਵਨ ਦੀ ਸ਼ਖਸੀਅਤ ਨੂੰ ਉਸਾਰੂ ਕਰਨ ਦੇ ਵਿੱਚ ਹੋਰ ਉਹਨਾਂ ਨੂੰ ਚਾਅ ਪੈਦਾ ਹੋਵੇ। ਉਸ ਕਰਕੇ ਇਹ ਕੈਂਪ ਲਗਾਏ ਜਾ ਰਹੇ ਨੇ। ਬੀਤੇ ਦਿਨ USA ਐਮਬੈਸੀ ਦਾ ਇੱਕ ਵਫਦ ਇਤਿਹਾਸਿਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਇਆ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਦੀ ਅਗਵਾਈ ਹੇਠ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਦੇ ਵਫਦ ਨੇ ਉਹਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ। ਭਾਰਤ ਸਥਿਤ ਅਮਰੀਕੀ ਸਫਾਰਤਖਾਨੇ ਦਾ ਇੱਕ ਵਫਦ ਇਤਿਹਾਸਿਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਇਆ। ਇਸ ਵਫਦ ਵਿੱਚ ਮਿਸ਼ੇਲ ਬਰਨੀਅਰ ਟੋਥ, ਸਪੈਸ਼ਲ ਐਡਵਾਈਜ਼ਰ ਟੂ ਚਿਲਡਰਨ ਇਸ਼ੂਜ਼, ਐਬੋਨੀ ਜੈਕਸਨ, ਬ੍ਰਾਂਚ ਚੀਫ, ਡੋਨ ਹੈਫਲਿਨ, ਮਿਨਿਸਟਰ ਕਾਉਂਸਲਰ ਫਾਰ ਕਾਉਂਸਲਰ ਅਫੇਅਰਜ਼, ਬ੍ਰੈਂਡਨ ਮੁਲਾਰਕੀ ਦੇ ਨਾਲ ਹੋਰ ਪਤਵੰਤੇ ਸ਼ਾਮਲ ਸਨ। ਇਸ ਵਫਦ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਕੁਝ ਸਮੇਂ ਵਾਸਤੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ। ਵਫਦ ਨੇ ਗੁਰਦੁਆਰਾ ਸਾਹਿਬ ਵਿੱਚ ਪਰਿਕਰਮਾ ਕੀਤੀ। ਵਫਦ ਦੇ ਮੈਂਬਰਾਂ ਨੇ ਵਿਜ਼ਟਰ ਬੁੱਕ ਵਿੱਚ ਆਪਣੀਆਂ ਭਾਵਨਾਵਾਂ ਦਾ ਜ਼ਿਕਰ ਕੀਤਾ। ਉਹਨਾਂ ਲਿਖਿਆ ਕਿ ਇਸ ਥਾਂ ਉੱਤੇ ਨਤਮਸਤਕ ਹੋ ਕੇ ਉਹਨਾਂ ਨੂੰ ਦਿਲੀ ਸਕੂਨ ਮਿਲਿਆ। ਉਹਨਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਫਤ ਕਰਦਿਆਂ ਲਿਖਿਆ ਕਿ ਗੁਰੂ ਘਰ ਨਤਮਸਤਕ ਹੋਣ ਵਾਲਿਆਂ ਲਈ ਜਿਸ ਤਰੀਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਆਰ ਵਿਖਾਇਆ ਹੈ, ਉਹ ਇਸ ਦੇ ਕਾਇਲ ਨੇ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋਂ ਦੀ ਅਗਵਾਈ ਹੇਠ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਨੇ ਵਫਦ ਦੇ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਸਰਦਾਰ ਕਾਲੋਂ ਨੇ ਵਫਦ ਨੂੰ ਦੱਸਿਆ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਇਸ ਸਥਾਨ ਉੱਤੇ ਦੇਸ਼ ਵਿਦੇਸ਼ ਦੀਆਂ ਸਤਿਕਾਰਤ ਹਸਤੀਆਂ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਂਦੀਆਂ ਨੇ। ਇਸ ਮੌਕੇ ਸਰਦਾਰ ਕਾਲੋਂ ਅਤੇ ਕਮੇਟੀ ਦੀ ਟੀਮ ਨੇ ਵਫਦ ਨੂੰ ਲੰਗਰ ਹਾਲ ਤੇ ਰਸੋਈ ਵੀ ਵਿਖਾਈ ਅਤੇ ਵਫਦ ਨੇ ਬਹੁਤ ਹੀ ਦਿਲਚਸਪੀ ਨਾਲ ਸਾਰੀ ਥਾਂ ਵੇਖੀ ਅਤੇ ਕਮੇਟੀ ਵੱਲੋਂ ਕੋਰੋਨਾ ਕਾਲ ਵਿੱਚ ਕੀਤੀ ਸੇਵਾ ਦੀ ਵਡਿਆਈ ਕੀਤੀ। ਉਹਨਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਆਸ਼ੀਰਵਾਦ ਦੀ ਬਦੌਲਤ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਦੀ ਸੇਵਾ ਕਰ ਰਹੀ ਹੈ ਅਤੇ ਗੁਰੂ ਘਰਾਂ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਸੰਭਾਲ ਰਹੀ ਹੈ। ਅੱਜ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅਮਰੀਕਨ ਡੈਲੀਗੇਟ ਤੇ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਉਹ ਵਿਜ਼ਿਟ ਕਰਨਾ ਚਾਹੁੰਦੇ ਆ ਤੇ ਅਸੀਂ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਜੀ ਆਇਆਂ ਕਿਹਾ ਹੈ। ਇਸ ਡੈਲੀਗੇਸ਼ਨ ਨੂੰ ਜੋ ਹੈੱਡ ਕਰ ਰਹੇ ਸਨ ਮਿਸ ਮਿਸ਼ੇਲ, ਉਹ ਚਾਈਲਡ ਵੈਲਫੇਅਰ ਦੇ ਜਿਹੜੇ ਹੈੱਡ ਹੈਗੇ ਨੇ, ਚੀਫ ਐਡਵਾਈਜ਼ਰ ਹੈ, ਔਰ ਇਹਨਾਂ ਨੇ ਬੜੀ
ਜਾਣਕਾਰੀ ਜਿਹੜੀ ਬਰੀਕੀ ਦੇ ਨਾਲ ਜਾਣਕਾਰੀ ਸਾਰੀ ਇੱਥੋਂ ਲਈ ਹੈ। ਗੁਰਦੁਆਰਾ ਸਾਹਿਬ ਦੇ ਬਾਰੇ 'ਚ, ਇਸ ਸਥਾਨ ਦੇ ਬਾਰੇ ਦੇ ਵਿੱਚ ਕੀ ਇੰਪੋਰਟੈਂਸ ਹੈ ਗੁਰਦੁਆਰਾ ਬੰਗਲਾ ਸਾਹਿਬ ਦੀ, ਔਰ ਸਿੱਖ ਧਰਮ ਦੇ ਬਾਰੇ ਬਹੁਤ ਸਾਰੀ ਜਾਣਕਾਰੀ ਉਹਨਾਂ ਨੇ ਸਾਡੇ ਕੋਲੋਂ ਇਕੱਤਰ ਕੀਤੀ ਹੈ ਔਰ ਅਸੀਂ ਉਹਨਾਂ ਨੂੰ ਜਿਹੜੀ ਜਾਣਕਾਰੀ ਉਹਨਾਂ ਨੇ ਸਾਡੇ ਕੋਲੋਂ ਮੰਗੀ ਅਸੀਂ ਦਿੱਤੀ ਹੈ। ਪਲੱਸ ਅਸੀਂ ਆਪਣੇ ਵੱਲੋਂ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਇਸ ਪਾਵਨ ਪਵਿੱਤਰ ਸਥਾਨ ਦੇ ਉੱਤੇ ਜੋ ਸੰਗਤ ਆਉਂਦੀ ਹੈ ਉਹਨਾਂ ਦੀ ਕੀ ਸ਼ਰਧਾ ਭਾਵਨਾ ਹੈ ਉਸ ਦੇ ਬਾਰੇ, ਔਰ ਵਿਸ਼ੇਸ਼ ਰੁਚੀ ਉਹਨਾਂ ਦੀ ਲੰਗਰ ਘਰ ਦੀ ਸੀ ਔਰ ਰਸੋਈ ਘਰ ਦੀ, ਜਿੱਥੇ ਕੋਵਿਡ ਦੇ ਦੌਰਾਨ ਲੱਖਾਂ ਲੋਕਾਂ ਨੂੰ ਰੋਜ਼ਾਨਾ ਭੋਜਨ ਛਕਾਇਆ ਜਾਂਦਾ ਸੀ, ਲੰਗਰ ਛਕਾਇਆ ਜਾਂਦਾ ਸੀ। ਉਸ ਬਾਰੇ ਵੀ ਉਹਨਾਂ ਦੀ ਬੜੀ ਰੁਚੀ ਸੀ ਕਿ ਅਸੀਂ ਉਹ ਜਗ੍ਹਾ ਦੇਖਣੀ, ਸਥਾਨ ਦੇਖਣਾ ਹੈ। ਅਸੀਂ ਸਾਰਾ ਰਸੋਈ ਘਰ ਦਾ, ਲੰਗਰ ਘਰ ਦਾ ਉਹਨਾਂ ਨੂੰ ਵਿਜ਼ਿਟ ਕਰਾਇਆ ਔਰ ਬੜੇ ਇੰਪ੍ਰੈਸ ਹੋਏ ਆ। ਉਹ ਉੱਪਰ ਉਹਨਾਂ ਨੇ ਆਸ਼ੀਰਵਾਦ ਲਿਆ ਗੁਰੂ ਮਹਾਰਾਜ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਤਮਸਤਕ ਹੋ ਕੇ। ਔਰ ਮੈਂ ਸਮਝਦਾ ਕਿ ਇੱਕ US ਦੇ ਵਿੱਚ ਬੜੀ ਵੱਡੀ ਗਿਣਤੀ ਸਿੱਖਾਂ ਦੀ ਹੈ ਔਰ ਉਹਨਾਂ ਦੇ ਵਾਸਤੇ ਇਹ ਡੈਲੀਗੇਸ਼ਨ ਜਿਹੜਾ ਅਸੀਂ ਇਹਨਾਂ ਨੂੰ ਦੇ ਨਾਲ ਸਾਂਝ ਵੀ ਪਾਈ ਆ ਕਿ ਜਿਹੜੇ ਸਿੱਖ ਆ ਉਹ ਨਾ ਕੇਵਲ ਇੱਥੇ ਇੰਡੀਆ ਦੇ ਵਿੱਚ ਬਲਕਿ ਵਰਲਡ ਵਾਈਡ ਹਰ ਸਟੇਟ ਦੇ ਵਿੱਚ ਜਿੱਥੇ ਵੀ ਕਿਤੇ ਲੋੜ ਪੈਂਦੀ ਆ, ਸਿੱਖ ਅੱਗੇ ਆ ਕੇ ਸੇਵਾ ਕਰਦੇ ਆ, ਸੇਵਾ ਵਾਸਤੇ ਹਮੇਸ਼ਾ ਤਤਪਰ ਰਹਿੰਦੇ ਆ। ਕਿਸੇ ਵੀ ਦੇਸ਼ ਦੇ ਵਿਦੇਸ਼ਾਂ ਦੇ ਕੋਨੇ ਦੇ ਵਿੱਚ ਕੋਈ ਵੀ ਦਿੱਕਤ ਆਏ, ਕੋਈ ਪਰੇਸ਼ਾਨੀ ਆਏ, ਕੋਈ ਆਫਤ ਆਏ ਤੇ ਸਿੱਖ ਉੱਥੇ ਜਾ ਕੇ ਸੇਵਾ ਕਰਨ ਵਾਸਤੇ ਸਭ ਤੋਂ ਪਹਿਲਾਂ ਪਹੁੰਚਦੇ ਆ। ਇਹ ਵੀ ਅਸੀਂ ਉਹਨਾਂ ਦੇ ਨਾਲ ਸਾਂਝ ਪਾਈ ਆ ਔਰ ਇਹ ਇਸ ਉੱਤੇ ਬਹੁਤ ਇੰਪ੍ਰੈਸ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋਂ ਨੇ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਲਈ ਰੋਪਵੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਉੱਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਲੈ ਕੇ ਦੇਸ਼ ਅਤੇ ਦੁਨੀਆ ਭਰ ਦੇ ਸਿੱਖਾਂ ਵਿੱਚ ਖੁਸ਼ੀ ਦੀ ਲਹਿਰ ਹੈ। ਗੱਲਬਾਤ ਕਰਦਿਆਂ ਕਾਲਕਾ ਤੇ ਕਾਲੋਂ ਨੇ ਕਿਹਾ ਕਿ ਸ਼੍ਰੀ ਹੇਮਕੁੰਟ ਸਾਹਿਬ ਲਈ ਰੋਪਵੇ ਪ੍ਰੋਜੈਕਟ ਦੀ ਕਾਫੀ ਸਾਲਾਂ ਤੋਂ ਉਡੀਕ ਕੀਤੀ ਜਾ ਰਹੀ ਸੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚਿਰੋਕਣੀ ਮੰਗ ਸੀ, ਜੋ ਹੁਣ ਪ੍ਰਧਾਨ ਮੰਤਰੀ ਵੱਲੋਂ ਨੀਂਹ ਪੱਥਰ ਰੱਖਣ ਮਗਰੋਂ ਪੂਰੀ ਹੋਣ ਜਾ ਰਹੀ ਹੈ। ਉਹਨੇ ਕਿਹਾ ਕਿ ਇਸ ਪ੍ਰੋਜੈਕਟ ਦੀ ਸ਼ੁਰੂਆਤ ਨਾਲ ਜਿਹੜੀ ਯਾਤਰਾ ਕਰਨ ਵਿੱਚ 1.5 ਦਿਨ ਦਾ ਸਮਾਂ ਲੱਗ ਜਾਂਦਾ ਸੀ, ਉਹ ਸਿਰਫ 45 ਮਿੰਟ ਵਿੱਚ ਪੂਰੀ ਹੋ ਸਕੇਗੀ। ਉਹਨੇ ਕਿਹਾ ਕਿ 12.5 ਕਿਲੋਮੀਟਰ ਦੇ ਰੋਪਵੇ ਪ੍ਰੋਜੈਕਟ ਉੱਤੇ 1163 ਕਰੋੜ ਰੁਪਏ ਖਰਚ ਆਉਣਗੇ ਅਤੇ ਇਸ ਨੂੰ ਰਿਕਾਰਡ ਸਮੇਂ ਅੰਦਰ ਤਿਆਰ ਕਰ ਲਿਆ ਜਾਵੇਗਾ। ਉਹਨੇ ਕਿਹਾ ਕਿ ਜਿਸ ਤਰੀਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ NDA ਸਰਕਾਰ ਨੇ ਸਿੱਖ ਭਾਈਚਾਰੇ ਦੀ ਬਾਹ ਫੜੀ ਹੈ ਅਤੇ ਸਾਲਾਂ ਤੋਂ ਲਟਕਦੇ ਆ ਰਹੇ ਕਈ ਮਸਲੇ ਹੱਲ ਕੀਤੇ ਨੇ, ਉਸ ਨਾਲ ਸਿੱਖਾਂ ਵਿੱਚ ਖੁਸ਼ੀ ਦੀ ਲਹਿਰ ਹੈ। ਉਹਨਾਂ ਆਸ ਪ੍ਰਗਟ ਕੀਤੀ ਕਿ ਜਿਵੇਂ ਹੋਰ ਮਸਲੇ ਹੱਲ ਹੋਏ ਨੇ, ਉਸੇ ਤਰੀਕੇ ਬਾਕੀ ਰਹਿੰਦੇ ਮਾਮਲੇ ਵੀ ਜਲਦ ਹੱਲ ਹੋਣਗੇ। ਕਾਲਕਾ ਤੇ ਕਾਲੋਂ ਨੇ ਕਿਹਾ ਕਿ ਇਸ ਤੋਂ ਪਹਿਲਾਂ 70 ਸਾਲਾਂ ਤੋਂ ਸਿੱਖ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਅਰਦਾਸ ਕਰਦੇ ਹੁੰਦੇ ਸਨ, ਪਰ ਇਹ ਮੋਦੀ ਸਰਕਾਰ ਹੀ ਹੈ ਜਿਸ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਬਣਾਇਆ ਅਤੇ ਨਾਨਕ ਨਾਮ ਲੇਵਾ ਸੰਗਤਾਂ ਦੇ ਬਿਨਾਂ ਵੀਜ਼ਾ ਤੋਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਦਾ ਰਾਹ ਖੋਲ੍ਹਿਆ। ਉਹਨੇ ਕਿਹਾ ਕਿ ਦੇਸ਼ ਵਿਦੇਸ਼ ਵਿੱਚ ਵਸਦੇ ਸਿੱਖ ਭਾਈਚਾਰੇ ਦੇ ਲੋਕ ਮੋਦੀ ਸਰਕਾਰ ਦੀ ਸ਼ਲਾਘਾ ਕਰ ਰਹੇ ਨੇ, ਜੋ ਕਿ ਇੱਕ ਕਰਕੇ ਮਾਮਲਿਆਂ ਨੂੰ ਹੱਲ ਕਰ ਰਹੇ ਨੇ। ਉਹਨਾਂ ਕਿਹਾ ਕਿ ਸ਼੍ਰੀ ਹੇਮਕੁੰਟ ਸਾਹਿਬ ਰੋਪਵੇ ਪ੍ਰੋਜੈਕਟ ਮੁਕੰਮਲ ਹੋਣ ਨਾਲ ਦੁਨੀਆ ਭਰ ਦੇ ਸਿੱਖ ਵੱਡੇ ਗਿਣਤੀ ਵਿੱਚ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਸਕਣਗੇ ਅਤੇ ਪ੍ਰੋਜੈਕਟ ਆਪਣੇ ਆਪ ਵਿੱਚ ਨਵੇਂ ਰਿਕਾਰਡ ਬਣਾਏਗਾ। ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਵਿਸ਼ੇਸ਼ ਤੌਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਵਿੱਚ ਨਹੀਂ, ਦੁਨੀਆ ਵਿੱਚ ਬੈਠੇ ਹਰ ਉਸ ਸਿੱਖ ਦੀ ਵੱਲੋਂ ਉਹਨਾਂ ਦਾ ਧੰਨਵਾਦ ਕਰਦੀ ਹੈ ਕਿ ਕਈ ਸਾਲਾਂ ਤੋਂ ਰੁਕਿਆ ਹੋਇਆ ਜਿਹੜਾ ਕੰਮ, ਜਿਹੜਾ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਜਿਹੜੀ ਸੰਗਤ ਜਾਂਦੀ ਹੈ, ਉੱਥੇ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਮੁਸ਼ਕਿਲਾਂ ਹੁੰਦੀਆਂ ਸੀ ਉੱਥੇ ਜਾਣ ਵਸੇ, ਮੌਸਮ ਦੀਆਂ ਖਰਾਬੀਆਂ ਹੋਣ ਕਰਕੇ, ਉੱਥੇ ਦੇ ਰਸਤਿਆਂ ਕਰਕੇ, ਇਹ ਸਾਰੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਅੱਜ ਜਿਹੜਾ 12.5 ਕਿਲੋਮੀਟਰ ਦਾ ਜਿਹੜਾ ਉਹ ਰਸਤਾ ਸੀ ਉਹਦਾ ਰੋਪਵੇ ਦਾ ਸ਼ਿਲਾਨਿਆਸ ਕੀਤਾ ਉਹਨਾਂ ਨੇ। ਔਰ ਇਹ ਹੇਮਕੁੰਟ ਸਾਹਿਬ ਔਰ ਜਿਹੜਾ ਬਦਰੀਨਾਥ ਹੈ ਉਹਦੇ ਲਈ ਜਿਹੜੀ ਹੈ ਰੋਪਵੇ ਸ਼ੁਰੂ ਹੋਇਆ। ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਸਿੱਖਾਂ ਦੀ ਇਹ ਡਿਮਾਂਡ ਸੀ ਔਰ ਹਰ ਸਾਲ ਕਈ ਲੋਕ ਇੱਥੇ ਜਾਂਦੇ ਵਕਤ ਕਈਆਂ ਨੇ ਜਾਨਾਂ ਵੀ ਗਵਾਈਆਂ, ਕਈਆਂ ਨੂੰ ਤਕਲੀਫਾਂ ਹੁੰਦੀਆਂ, ਮਗਰ ਅੱਜ ਇਸ ਰੋਪਵੇ ਖੁੱਲ੍ਹਣ ਦੇ ਨਾਲ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਇਹ ਸਹੂਲੀਅਤ ਮਿਲਣੀ ਹੈ, ਉਹਦੇ ਵਿੱਚ ਬੱਚੇ ਵੀ, ਬਜ਼ੁਰਗਵਾਰ ਜਿਨ੍ਹਾਂ ਦੇ ਦਿਲ ਦੇ ਵਿੱਚ ਆਸਥਾਵਾਂ ਰਹਿ ਗਈਆਂ ਕਿ ਅਸੀਂ ਕਈ ਸਾਲਾਂ ਤੋਂ ਜਿਹੜੇ ਲੋਕ ਵੇਟ ਕਰ ਰਹੇ ਸੀ ਕਿ ਅਸੀਂ ਸ਼੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਸਕੀਏ, ਜਿੱਥੇ ਆਕਸੀਜਨ ਦੀ ਕਮੀ ਹੋਣ ਕਰਕੇ ਵੀ ਪ੍ਰੋਬਲਮਸ ਆ ਜਾਂਦੀ ਹੈ, ਜਿੱਥੇ ਲੈਂਡਸਕੇਪਿੰਗ ਕਰਕੇ ਵੀ ਜਿਹੜੀਆਂ ਪ੍ਰੋਬਲਮ ਆ ਜਾਂਦੀ ਹੈ, ਲੈਂਡਸਲਾਈਡਿੰਗਸ ਜਿਹੜੀਆਂ ਹੁੰਦੀਆਂ ਨੇ। ਸੋ ਇਸ ਕਰਕੇ ਇਹਨਾਂ ਸਾਰੀਆਂ ਪ੍ਰੋਬਲਮ ਨੂੰ ਦੂਰ ਹੋ ਕੇ ਅੱਜ ਜਿਹੜਾ ਇਹ ਪ੍ਰੋਜੈਕਟ ਸ਼ੁਰੂ ਕੀਤਾ, 11,500 ਕਰੋੜ ਰੁਪਏ ਦਾ ਜਿਹੜਾ ਪ੍ਰੋਜੈਕਟ ਹੈ ਇਹ ਸਰਕਾਰ ਨੇ ਅੱਜ ਸ਼ੁਰੂ ਕੀਤਾ। ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਅਸੀਂ ਉਹਨਾਂ ਦਾ ਧੰਨਵਾਦ
ਪ੍ਰਧਾਨ ਮੰਤਰੀ ਜੀ ਦਾ ਉਹਨਾਂ ਦੀ ਸੋਚ ਦੇ ਉੱਤੇ ਕਰਦੇ ਹਾਂ ਕਿ ਤੁਸੀਂ ਹਮੇਸ਼ਾ ਸਿੱਖਾਂ ਦੀਆਂ ਗੱਲਾਂ ਮੰਨੀਆਂ ਨੇ ਔਰ ਜਿਹੜੀਆਂ ਸਿੱਖਾਂ ਦੀਆਂ ਹੋਰ ਡਿਮਾਂਡਸ ਨੇ, ਸਾਡੀਆਂ ਕਮਿਊਨਿਟੀ ਦੀਆਂ ਆਪਣੀਆਂ ਪਰਸਨਲ ਡਿਮਾਂਡਸ ਨੇ, ਅਸੀਂ ਆਸ ਰੱਖਦੇ ਹਾਂ ਤੁਸੀਂ ਉਹ ਵੀ ਉਹਨੂੰ ਜਲਦ ਤੋਂ ਜਲਦ ਪੂਰਾ ਕਰੋਗੇ। ਸੋ ਮੈਂ ਸਮੁੱਚੇ ਸੰਸਾਰ ਭਰ ਦੇ ਸਿੱਖ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਸ ਸਥਾਨ ਦੇ ਉੱਤੇ ਜਾ ਕੇ ਹੇਮਕੁੰਟ ਸਾਹਿਬ ਦੇ ਉੱਤੇ ਜਿੱਥੇ ਨਤਮਸਤਕ ਹੁੰਦੇ ਨੇ, ਮੈਂ ਉਹਨਾਂ ਦੀ ਤਰਫੋਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਕੋਟਾਨ ਕੋਟ ਧੰਨਵਾਦ ਕਰਦਾ। ਸੰਸਾਰ ਭਰ ਦੇ ਸਿੱਖਾਂ ਨੂੰ ਮੈਂ ਜਿੱਥੇ ਅੱਜ ਵਧਾਈ ਦਿੰਦਾ, ਉੱਥੇ ਨਾਲ ਹੀ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਅੱਜ ਜਿਹੜਾ ਉਹਨਾਂ ਨੇ ਲੰਬੇ ਸਮੇਂ ਤੋਂ ਸ਼੍ਰੀ ਹੇਮਕੁੰਟ ਸਾਹਿਬ ਦੀ ਜੋ ਯਾਤਰਾ ਵਾਸਤੇ ਰੋਪਵੇ ਗੋਬਿੰਦਗੜ੍ਹ ਤੋਂ ਸ਼੍ਰੀ ਹੇਮਕੁੰਟ ਸਾਹਿਬ ਤੱਕ ਅੱਜ ਉਸ ਦਾ ਜਿਹੜਾ ਉਹਨਾਂ ਨੇ ਸ਼ਿਲਾਨਿਆਸ ਕੀਤਾ ਹੈ, ਇਸ ਲਈ ਮੈਂ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਦਾ ਕਿਉਂਕਿ ਇਹ ਉਹ ਸਥਾਨ ਹੈ ਜਿੱਥੇ ਹਰ ਇੱਕ ਸਿੱਖ ਦੀ ਇਹ ਸ਼ਰਧਾ ਹੁੰਦੀ ਹੈ, ਭਾਵਨਾ ਹੁੰਦੀ ਹੈ ਕਿ ਉਸ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਕੀਤੇ ਜਾਣ। ਲੇਕਿਨ ਕਿਉਂਕਿ ਪਹਾੜੀ ਇਲਾਕਾ ਹੈ ਔਰ ਬਰਫ਼ਬਾਰੀ ਉੱਥੇ ਹੁੰਦੀ ਆ, ਆਕਸੀਜਨ ਦੀ ਘਾਟ ਹੁੰਦੀ ਆ, ਜਿਹਦੇ ਕਰਕੇ ਬਹੁਤ ਸਾਰੇ ਬਜ਼ੁਰਗਾਂ ਵਾਸਤੇ ਔਰ ਕੁਝ ਜੋ ਕਿ ਕਿਸੇ ਵੀ ਕਾਰਨ ਕਰਕੇ ਆਕਸੀਜਨ ਦੀ ਕਮੀ ਕਰਕੇ ਕੋਈ ਹੋਰ ਸਮੱਸਿਆ ਹੋ ਸਕਦੀ ਹੈ ਸਿਹਤ ਵਾਸਤੇ, ਉਹ ਦਰਸ਼ਨਾਂ ਵਾਸਤੇ ਨਹੀਂ ਜਾ ਸਕਦੇ ਸੀ। ਮੈਂ ਸਮਝਦਾ ਉਹਨਾਂ ਵਾਸਤੇ ਇਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਉਸ ਪਾਵਨ ਪਵਿੱਤਰ ਸਥਾਨ ਦੇ ਨਤਮਸਤਕ ਹੋ ਸਕਣਗੇ ਔਰ ਉਸ ਪਾਵਨ ਪਵਿੱਤਰ ਸਥਾਨ ਦੀ ਦਰਸ਼ਨ ਸੰਗਤਾਂ ਕਰ ਸਕਣਗੀਆਂ। ਇਹ ਬਹੁਤ ਵੱਡਾ ਉਦਮ ਹੈ ਭਾਰਤ ਸਰਕਾਰ ਵੱਲੋਂ, ਕਿਉਂਕਿ ਇਸ ਤੋਂ ਪਹਿਲਾਂ ਪਿਛਲੇ 60-65 ਸਾਲਾਂ ਤੋਂ ਜੋ ਕਰਤਾਰਪੁਰ ਸਾਹਿਬ ਦਾ ਲਾਂਘਾ ਸੀ, ਜੋ ਕਿ ਉਸ ਸਮੇਂ ਦੇਸ਼ ਦੀ ਕਾਂਗਰਸ ਸਰਕਾਰ ਜਿਹੜੀ ਕਿ 60 ਸਾਲ ਹੁਕਮਰਾਨ ਰਹੀ ਔਰ ਸਿੱਖ ਆਪਣੇ ਜਿੱਥੇ ਵੀ ਸਿੱਖ ਬੈਠੇ ਸੀ ਉਹ ਆਪਣੀ ਅਰਦਾਸ ਦੇ ਵਿੱਚ ਅਰਦਾਸ ਕਰਦੇ ਸੀ ਕਿ ਸ਼੍ਰੀ ਕਰਤਾਰਪੁਰ ਸਾਹਿਬ ਦੇ ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਦਿਦਾਰੇ ਹੋਣ। ਲੇਕਿਨ ਉਸ ਹੁਕਮਰਾਨ ਸਰਕਾਰ ਦੇ ਜਿਹੜੇ ਕੰਨ ਸੀ ਉਹ ਹਮੇਸ਼ਾ ਬੰਦ ਰਹੇ। ਲੇਕਿਨ ਨਰਿੰਦਰ ਮੋਦੀ ਜੀ ਨੇ ਆ ਕੇ ਸਭ ਤੋਂ ਪਹਿਲਾਂ ਸਿੱਖਾਂ ਦੀ ਇਹ ਜਿਹੜੀ ਇੰਨੀ ਲੰਬੀ ਮੰਗ ਸੀ ਉਸ ਨੂੰ ਪੂਰਾ ਕੀਤਾ। ਸ਼੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦਿਦਾਰੇ ਜਿਹੜੇ ਹੋ ਰਹੇ, ਅੱਜ ਸੰਗਤਾਂ ਜਾ ਰਹੀਆਂ ਸੰਸਾਰ ਭਰ ਦੇ ਕਿਸੇ ਵੀ ਕੋਨੇ ਤੋਂ ਕਰਤਾਰਪੁਰ ਸਾਹਿਬ ਬਗੈਰ ਕਿਸੇ ਵੀਜ਼ੇ ਦੇ ਉਹ ਦਰਸ਼ਨ ਕਰਨ ਜਾ ਸਕਦੀਆਂ। ਇਸੇ ਤਰ੍ਹਾਂ ਹੀ ਅੱਜ ਇਹ ਹੇਮਕੁੰਟ ਸਾਹਿਬ ਦੀ ਜਿਹੜੀ ਇਹ ਸ਼ਿਲਾਨਿਆਸ ਹੋਇਆ, ਇਸ ਦੀ ਮੈਂ ਸਮਝਦਾ ਕਿ ਸਿੱਖਾਂ ਦੇ ਵਿੱਚ ਬਹੁਤ ਵੱਡੀ ਖੁਸ਼ੀ ਦੀ ਲਹਿਰ ਹੈ। ਇੱਕ ਵਾਰੀ ਫੇਰ ਅਸੀਂ ਸ਼੍ਰੀ ਨਰਿੰਦਰ ਮੋਦੀ ਜੀ ਦਾ ਔਰ ਭਾਰਤ ਸਰਕਾਰ ਦਾ ਧੰਨਵਾਦ ਕਰਦੇ ਹਾਂ। ਸੋ ਦੋਸਤੋ, ਅੱਜ ਅਸੀਂ ਦੇਖਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਮਹਿਰੌਲੀ ਵਿਖੇ ਸਿੱਖ ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਨਾਲ ਹੀ ਅਸੀਂ ਦੇਖਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰਾਂ ਦੀ ਬਾਣੀ ਅਤੇ ਜੀਵਨ ਤੇ ਆਧਾਰਿਤ ਲੜੀਵਾਰ ਪ੍ਰੋਗਰਾਮ ਧੰਨ ਲਿਖਾਰੀ ਨਾਨਕਾ ਤਹਿਤ ਭਗਤ ਸੂਰਦਾਸ ਜੀ ਦੀ ਬਾਣੀ ਵਿੱਚੋਂ ਕੀਰਤਨ ਤੇ ਪ੍ਰਮੁੱਖ ਸਿਧਾਂਤਾਂ ਦੀ ਵਿਆਖਿਆ ਦੇ ਆਧਾਰਿਤ 12ਵਾਂ ਗੁਰਮਤਿ ਸਮਾਗਮ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਕਰਵਾਇਆ ਗਿਆ। ਸੋ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ। ਪ੍ਰੋਗਰਾਮ ਗੁੰਜਾਇਸ਼ ਫਿਰ ਸੇ ਲੈ ਕੇ ਫਿਰ ਆਪ ਜੀ ਸੇਵਾ ਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।